Okay, hello everyone. Sorry, it's okay. I think it's working. Okay. All right. Okay. So we'll just okay. I guess I can see people watching. All right. Okay. So sorry about that. आज थोड़ा मैं late हो गई. I'm an Indian, so what to do, right? Indian ਦੇ time ਦੇ ਹਿਸਾਬ ਨਾਲ. So sorry about that. ਪਰ ਹਾਂਜੀ, thank you so much for ਤੁਹਾਡੇ messages over the weekend. ਬਹੁਤ ਸਾਰੇ ਲੋਕਾਂ ਨੇ counseling ਵਾਸਤੇ ਪੁੱਛਿਆ ਵਾ. ਜੀ ਹਾਂ, ਤੁਸੀਂ ਸਾਨੂੰ ਮੈਸੇਜ ਪਾ ਸਕਦੇ ਹੋ। ਅਸੀਂ ਆਨਲਾਈਨ ਕਾਉਂਸਲਿੰਗ ਕਰ ਰਹੇ ਹਾਂ, ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਇੱਕ ਨੂੰ ਅਟੈਂਡ ਕੀਤਾ ਜਾਵੇ। ਸੋ ਤੁਸੀਂ ਮੈਸੇਜ ਪਾ ਸਕਦੇ ਹੋ ਐਂਡ ਅਸੀਂ ਤੁਹਾਨੂੰ ਵੇਟਿੰਗ ਲਿਸਟ 'ਤੇ ਪਾ ਸਕਦੇ ਹਾਂ ਸਾਡੀ ਕਾਉਂਸਲਿੰਗ ਸੈਸ਼ਨਸ ਵਾਸਤੇ। ਬਾਕੀ ਜਿਵੇਂ ਇੱਕ ਮੈਂ ਲਿੰਕ ਵੀ ਪਾਇਆ ਸੀ, ਮੈਂਟਲ ਹੈਲਥ ਸਬਸਟੈਂਸ ਅਬਿਊਜ਼ ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਵੀ ਓਪਨ ਹੈ, ਸੋ ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ। ਉੱਥੇ ਵੀ ਤੁਸੀਂ ਕਾਉਂਸਲਿੰਗ ਵਾਸਤੇ ਜਾ ਸਕਦੇ ਹੋ। So thank you so much. Your sideways. Okay, what does that mean? This. Oh, okay. So hold on. Like that. Is that okay? Thanks, Karen. Is that okay? Okay. So tell me if this is okay. Okay, I think it's okay. I don't know, but okay. We'll try it today. So, anyways, ਹਾਂਜੀ। ਸੋ ਅੱਜ ਜਿਹੜਾ ਅਸੀਂ ਗੱਲ ਕਰਾਂਗੇ ਬਚਪਨ ਦਾ ਤਣਾਅ। Okay, adjust my camera. How is this right now, guys? Is it okay right now? ਇਹ ਠੀਕ ਆ ਹੁਣ? ਠੀਕ ਆ ਰਿਹਾ ਵਾ right now? Sorry, this is the angle I always use and ਅੱਜ ਹੀ ਪਤਾ ਨਹੀਂ different ਲੱਗ ਰਿਹਾ ਵਾ, ਮੈਨੂੰ ਵੀ ਲੱਗ ਰਿਹਾ ਕੁਝ different ਆ। So okay, let me go back and now is okay. All right. Okay, so we'll just get started. All right. Okay, so ਅੱਜ ਅਸੀਂ ਗੱਲ ਕਰਾਂਗੇ ਜਿਹੜਾ ਬਚਪਨ ਦਾ ਤਣਾਅ ਵਾ। ਬਚਪਨ ਦਾ ਤਣਾਅ ਕੀ ਹੁੰਦਾ ਵਾ? ਐਂਡ ਮੋਸਟ ਆਫ ਦਾ ਟਾਈਮ ਜਦੋਂ ਅਸੀਂ ਵੱਡੇ ਹੋ ਰਹੇ ਸੀਗੇ ਸਾਨੂੰ ਪਤਾ ਕਿ ਛੋਟੇ ਬੱਚੇ ਨੂੰ ਅਸੀਂ ਕਹਿ ਦਿੰਦੇ ਕਿ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ, ਇਹ ਛੋਟੇ ਆ, ਇਹਨਾਂ ਨੂੰ ਨਹੀਂ ਇੰਨੀਆਂ ਚੀਜ਼ਾਂ ਦਾ ਪਤਾ ਲੱਗਦਾ ਕਿ ਇਹਨਾਂ ਦੇ ਕੀ ਹੋ ਰਿਹਾ ਵਾ, ਘਰ ਦੇ ਵਿੱਚ ਕੀ ਹੋ ਰਿਹਾ। ਫੋਰ ਐਗਜ਼ਾਮਪਲ 3 ਮਹੀਨੇ ਦੇ, 4 ਮਹੀਨੇ, 5 ਮਹੀਨੇ ਜਾਂ 2 ਸਾਲ ਦੇ ਬੱਚੇ ਜਾਂ ਸਾਲ ਦੇ ਜਾਂ 3 ਸਾਲ ਦੇ ਬੱਚੇ ਨੂੰ ਕੋਈ ਪਤਾ ਨਹੀਂਗਾ ਘਰ ਦੇ ਵਿੱਚ ਕੀ ਹੋ ਰਿਹਾ ਵਾ। ਸੋ ਅਸੀਂ ਮੋਸਟਲੀ ਜਦੋਂ ਅਸੀਂ ਵੱਡੇ ਹੋ ਰਹੇ ਸੀ, ਸਾਡੇ ਪੇਰੈਂਟਸ ਦੀਆਂ ਜਦੋਂ ਕੋਈ ਘਰ ਦੇ ਵਿੱਚ ਚੀਜ਼ਾਂ ਵੀ ਹੁੰਦੀਆਂ ਸੀਗੀਆਂ ਜਾਂ ਕੋਈ ਕੋਈ ਲੜਾਈ ਜਾਂ ਕੋਈ ਵੀ ਚੀਜ਼ਾਂ ਹੁੰਦੀਆਂ ਸੀ ਤਾਂ ਸਾਨੂੰ ਇੱਕ ਬੱਚਿਆਂ ਨੂੰ ਇੱਦਾਂ ਸਮਝਿਆ ਜਾਂਦਾ ਸੀਗਾ ਕਿ ਇਹ ਤਾਂ ਕੋਈ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ, ਜਾਣੀ ਇਹਨਾਂ ਦਾ ਨਹੀਂ ਕੋਈ ਇੱਦਾਂ ਇਸ ਟਾਈਮ ਬ੍ਰੇਨ ਕੰਮ ਕਰ ਰਿਹਾ ਵਾ। ਪਰ ਜਿਵੇਂ ਕਿ ਹੁਣ ਸਾਇੰਸ ਅਤੇ ਰੀਸਰਚ ਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਰਿਹਾ ਗਾ ਕਿ ਜਿਸ ਦਿਨ ਤੋਂ ਬੱਚਾ ਜਨਮ ਲੈਂਦਾ ਉਸ ਦਿਨ ਤੋਂ ਆਪਦੇ ਇਨਵਾਇਰਮੈਂਟ ਨੂੰ ਆਪਦੇ ਵਿੱਚ ਲੈਣ ਲੱਗ ਜਾਂਦਾ, ਉਸ ਦਿਨ ਤੋਂ ਆਲੇ ਦੁਆਲੇ ਜਿਹਦੇ ਜੋ ਕੁਝ ਹੋ ਰਿਹਾ ਉਹਦੇ ਦਿਮਾਗ ਦੇ ਵਿੱਚ ਅਬਜ਼ੋਰਬ ਹੋਣ ਲੱਗ ਜਾਂਦਾ ਐਂਡ ਉਹਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਐਡ ਹੋਣ ਲੱਗ ਜਾਂਦੀਆਂ ਵਾ। ਸੋ ਜਿਸ ਦਿਨ ਤੋਂ ਇੱਕ ਬੱਚੇ ਦਾ ਜਨਮ ਹੁੰਦਾ ਵਾ ਐਂਡ ਬਹੁਤ ਕਈ ਰਿਸਰਚ ਤਾਂ ਇਹ ਵੀ ਹੈ ਕਿ ਜਦੋਂ ਉਹ ਜਨਮ ਤੋਂ ਪਹਿਲਾਂ ਵੀ ਜਦੋਂ ਇੱਕ ਮਦਰ ਪ੍ਰੈਗਨੈਂਟ, ਉਹ ਵੀ ਬਹੁਤ ਸਾਰਾ ਰਿਸਰਚ ਚੱਲ ਰਿਹਾ ਕਿ ਉਹਦਾ ਇੰਪੈਕਟ ਕੀ ਪੈ ਰਿਹਾ ਵਾ। ਸੋ ਫੋਰ ਐਗਜ਼ਾਮਪਲ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜਾ ਬਚਪਨ ਦਾ ਤਣਾਅ ਜਿਹੜਾ ਹੁੰਦਾ ਕੀ ਆ ਕਿ ਜਦੋਂ ਅਸੀਂ ਇਸ ਦੁਨੀਆ 'ਤੇ ਆਉਂਦੇ ਹੋ ਸਾਡੇ ਜਿਹੜੇ ਦਿਮਾਗ ਆ ਉਹ ਇੱਕ ਖਾਲੀ ਕਿਤਾਬ ਹੁੰਦੇ ਆ ਐਂਡ ਇਸ ਇਨਵਾਇਰਮੈਂਟ, ਇਸ ਘਰ ਦੇ ਵਿੱਚ ਜਿਹੜੇ ਚਾਹੁੰਦੇ ਆ ਉਸ ਘਰ ਦੇ ਵਿੱਚ ਪਿਆਰ ਆ, ਮੁਹੱਬਤ ਆ ਜਾਂ ਦੁੱਖ ਆ ਜਾਂ ਤਕਲੀਫਾਂ ਵਾ, ਉਹ ਸਾਰੀਆਂ ਅਸੀਂ ਦਿਮਾਗ ਦੇ ਵਿੱਚ ਅਬਜ਼ੋਰਬ ਕਰਦੇ ਹਾਂ, ਉਹ ਸਾਰੀਆਂ ਅਸੀਂ ਦਿਮਾਗ ਦੇ ਵਿੱਚ ਲਿਖਦੇ ਹਾਂ। ਸੋ ਫੋਰ ਐਗਜ਼ਾਮਪਲ ਇੱਕ ਤਾਂ ਹੁੰਦੀ ਆ ਪੋਜ਼ੀਟਿਵ ਸਟਰੈਸ, ਇੱਕ ਹੁੰਦਾ ਪੋਜ਼ੀਟਿਵ ਤਣਾਅ, ਇੱਕ ਹੁੰਦਾ ਨੈਗੇਟਿਵ ਤਣਾਅ। ਜੀ ਹਾਂ, ਤੁਸੀਂ ਕਹੋ ਤਣਾਅ ਪੋਜ਼ੀਟਿਵ ਵੀ ਹੋ ਸਕਦਾ। ਜੀ ਹਾਂ। ਸੋ ਫੋਰ ਐਗਜ਼ਾਮਪਲ ਜਦੋਂ ਇੱਕ ਬੱਚਾ ਛੋਟਾ ਵਾ ਜਿਹੜਾ ਇੱਕ ਛੋਟੇ ਬੱਚੇ ਦੀ ਜਰਨੀ, ਇੱਕ ਕਮਜ਼ੋਰ ਬੱਚੇ ਦੀ ਕਮਜ਼ੋਰ, ਆਪਾਂ ਬੱਚੇ ਨੂੰ ਕਮਜ਼ੋਰ ਸਮਝਦੇ ਹਾਂ ਕਿਉਂਕਿ ਇੱਕ ਤਾਂ ਉਹ ਬੋਲ ਕੇ ਨਹੀਂ ਦੱਸ ਸਕਦਾ ਕਿ ਮੈਨੂੰ ਤਕਲੀਫ ਕੀ ਆ, ਰਾਈਟ। ਸੋ ਇਹ ਬੜੀ ਵੱਡੀ ਕਮਜ਼ੋਰੀ ਆ, ਉਹ ਐਕਸਪ੍ਰੈਸ ਨਹੀਂ ਕਰ ਸਕਦਾ ਸਾਡੀ ਤਰ੍ਹਾਂ, ਜਿਵੇਂ ਅਸੀਂ ਕਹਿ ਦਈਏ ਸਾਡੀ ਬਾਂਹ ਦੁਖਦੀ, ਸਾਡੀ ਲੱਤ ਦੁਖਦੀ ਆ ਅਤੇ ਬੱਚਾ ਇੱਦਾਂ ਨਹੀਂ ਕਰ ਸਕਦਾ ਗਾ। ਸੋ ਇਸ ਕਰਕੇ ਉਹਨੂੰ ਕਮਜ਼ੋਰ ਮੰਨਿਆ। ਸੋ ਪੋਜ਼ੀਟਿਵ ਤਣਾਅ ਦਾ ਮਤਲਬ ਹੈ ਕਿ ਜਿਹੜੀ ਇੱਕ ਡਿਵੈਲਪਮੈਂਟ ਹੈ, ਇੱਕ ਜਿਹੜੀ ਬੱਚੇ ਦੀ ਡਿਵੈਲਪਮੈਂਟ ਆ ਉਹਦੇ ਵਿੱਚ ਉਹ ਬੱਚਾ ਇੱਕ ਫਰਸਟ੍ਰੇਸ਼ਨ, ਡਿਸਅਪੋਇੰਟਮੈਂਟ, ਦੁੱਖ, ਹਰਟ, ਉਹ ਸਾਰੀਆਂ ਚੀਜ਼ਾਂ 'ਚੋਂ ਗੁਜ਼ਰੂਗਾ। ਫੋਰ ਐਗਜ਼ਾਮਪਲ ਇੱਕ ਬੱਚਾ ਆਪਣੇ ਫਰੈਂਡਸ ਨਾਲ ਖੇਡ ਰਿਹਾ ਸੀ ਅਤੇ ਉਹਦੀ ਮਦਰ ਨੇ ਕਿਹਾ ਕਿ ਚਲੋ ਆਪਾਂ ਘਰੇ ਚੱਲੀਏ। ਉਹ ਬੱਚੇ ਲਈ ਫਰਸਟ੍ਰੇਸ਼ਨ ਆ, ਉਹ ਬੱਚੇ ਲਈ ਦੁੱਖ ਆ, ਪਰ ਉਹਨੂੰ ਅਸੀਂ ਪੋਜ਼ੀਟਿਵ ਤਣਾਅ ਕਹਿੰਦੇ ਹਾਂ ਬਿਕਾਜ਼ ਉਹ ਜ਼ਿੰਦਗੀ ਦੀਆਂ ਐਡਪਟੇਸ਼ਨ, ਜ਼ਿੰਦਗੀ ਦੇ ਰੂਲ ਰੈਗੂਲੇਸ਼ਨ, ਇਹਨਾਂ ਚੀਜ਼ਾਂ ਤੋਂ ਸਿੱਖਦਾ ਵਾ, ਇਹਨਾਂ ਚੀਜ਼ਾਂ ਤੋਂ ਪਾਰ ਕਰਨਾ ਸਿੱਖਦਾ। ਸੋ ਫੋਰ ਐਗਜ਼ਾਮਪਲ
ਜਦੋਂ ਬੱਚਾ ਆਈਸਕ੍ਰੀਮ ਮੰਗ ਰਿਹਾ ਰਾਤ ਨੂੰ ਤੁਸੀਂ ਨਹੀਂ ਦੇ ਰਹੇ, ਉਹ ਸੁਭਾਵਿਕ ਜੀ ਗੱਲ ਤਣਾਅ ਦੇ ਵਿੱਚ ਜਾਊਗਾ। ਸੋ ਇੱਦਾਂ ਦੇ ਜਿਹੜੇ ਡਿਵੈਲਪਮੈਂਟਲ ਤਣਾਅ ਆ, ਸੋ ਫॉर ਐਗਜ਼ਾਮਪਲ ਜਦੋਂ ਤੁਸੀਂ ਆਪਣੇ ਬੱਚੇ ਨੂੰ ਸਕੂਲ ਛੱਡਣ ਜਾਓਗੇ, ਉਹ ਉੱਥੇ ਰਹੂਗਾ, ਉਹ ਵੀ ਇੱਕ ਤਣਾਅ ਆ। ਇਹਨਾਂ ਨੂੰ ਅਸੀਂ ਪੋਜ਼ਿਟਿਵ ਤਣਾਅ ਕਹਿੰਦੇ ਹਾਂ। ਮਤਲਬ ਕੀ ਹੈ ਕਿ ਇੱਕ ਡਿਵੈਲਪਮੈਂਟ ਦਾ ਹਿੱਸਾ ਵਾ, ਇਹ ਹਿੱਸਾ ਵਾ ਸਾਡੇ ਵੱਡੇ ਹੋਣ ਦਾ, ਕਿ ਅਸੀਂ ਇਹਨਾਂ ਤਣਾਵਾਂ 'ਚੋਂ ਗੁਜ਼ਰੀਏ। ਜਿਵੇਂ ਅਸੀਂ ਕਿਤੇ ਜਾਂਦੇ ਹਾਂ ਅਤੇ ਰਾਹ ਦੇ ਵਿੱਚ ਇੱਕ ਪੁਲ ਆ ਜਾਵੇ ਅਤੇ ਬ੍ਰਿਜ ਆ ਜਾਵੇ, ਸਾਨੂੰ ਪਾਰ ਕਰਨਾ ਪੈਂਦਾ ਵਾ, ਅਸੀਂ ਆਸੇ ਜਾਂ ਪਾਸੇ ਦੀ ਨਹੀਂ ਜਾ ਸਕਦੇ। ਸੋ ਉਵੇਂ ਇੱਕ ਜਿਹੜਾ ਬਚਪਨਾ ਵਾ ਉਹ ਵੀ ਇੱਕ ਤਣਾਅ ਭਰਿਆ, ਜੇ ਇੱਕ ਬੱਚੇ ਦੀ ਨਜ਼ਰ ਨਾਲ ਦੇਖੇ ਜਾਵੋ, ਜਿਹੜਾ ਐਕਸਪ੍ਰੈਸ ਨਹੀਂ ਕਰ ਸਕਦਾ, ਬੋਲ ਕੇ ਤੁਹਾਨੂੰ ਕੋਈ ਚੀਜ਼ ਦੱਸ ਨਹੀਂ ਸਕਦਾ, ਆਪਦੇ ਵਿੱਚ ਵੀ ਕੀ ਹੋ ਰਿਹਾ ਹੁੰਦਾ ਉਹਨੂੰ ਸਮਝ ਨਹੀਂ ਆਉਂਦੀ। ਸੋ ਇੱਕ ਹੈ ਇਹਦੇ ਵਿੱਚ, ਇਸ ਜਰਨੀ ਦੇ ਵਿੱਚ ਤਣਾਅ ਹੈਗਾ ਵਾ, ਜਦੋਂ ਅਸੀਂ ਵੱਡੇ ਹੁੰਦੇ ਹਾਂ। ਸੋ ਇਹਨੂੰ ਅਸੀਂ ਪੋਜ਼ਿਟਿਵ ਤਣਾਅ ਜਾਂ ਇੱਕ ਪੋਜ਼ਿਟਿਵ ਸਟਰੈਸ ਕਹਿ ਦਿੰਦੇ ਹਾਂ, ਕਿਉਂਕਿ ਇਹ ਹਿੱਸਾ ਵਾ, ਇਹ ਹਰ ਬਚਪਨ ਦਾ ਹਿੱਸਾ ਵਾ। ਚਾਹੇ ਸਾਡੇ ਮਾਂ ਬਾਪ ਕਿੰਨੇ ਵੀ ਪਿਆਰ ਵਾਲੇ ਰਿਸ਼ਤੇ ਹੋਣ, ਚਾਹੇ ਅਸੀਂ ਕਿੰਨੇ ਵੀ ਆਲੇ ਦੁਆਲੇ ਪਿਆਰ ਦੇ ਨਾਲ ਘੇਰੇ ਹੋਈਏ, ਚੰਗੇ ਲੋਕ ਹੋਣ ਐਂਡ ਸਾਨੂੰ ਹਰ ਚੀਜ਼ ਪ੍ਰੋਵਾਈਡ ਕੀਤੀ ਗਈ ਆ, ਫਿਰ ਵੀ ਇੱਕ ਬਚਪਨ ਤਣਾਅ ਦੇ ਵਿੱਚੋਂ ਲੰਘਦਾ ਵਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਆਪਣੇ ਕੰਮ 'ਤੇ ਜਾਣ ਵੇਲੇ, ਆਪਾਂ ਕੰਮ 'ਤੇ ਜਾਣ ਵਾਲੇ ਬੱਚੇ ਨੂੰ ਘਰੇ ਛੱਡ ਕੇ ਜਾਣਾ, ਉਹ ਵੀ ਇੱਕ ਤਣਾਅ ਵਾ। ਆਪਣੇ ਕੋਈ ਵੀ ਸਟੋਰ ਦੇ ਵਿੱਚ ਜਾਣਾ, ਬੱਚੇ ਨੇ ਕੋਈ ਟੋਏ 'ਤੇ ਹੱਥ ਰੱਖਣਾ, ਇਹਨੂੰ ਟੋਏ ਨਾ ਮਿਲਣਾ, ਉਹ ਵੀ ਇੱਕ ਤਣਾਅ ਵਾ। ਸੋ ਉਹ ਇੱਕ ਸਟਰੈਸ ਆ ਜਿਹੜੀ ਇੱਕ ਬਚਪਨ ਦੇ ਵਿੱਚ ਇੱਕ ਬੱਚਾ ਜਾਂਦਾ ਵਾ ਅਡਲਟ ਤੋਂ। ਹੁਣ ਇਹਨੇ ਪੁੱਲ ਆ, ਇੱਕ ਬ੍ਰਿਜ ਆ, ਉਹਨੂੰ ਪਾਰ ਕਰਨਾ ਹੀ ਪੈਣਾ ਵਾ, ਪਰ ਅਸੀਂ ਇਸ ਤਣਾਅ ਨੂੰ ਬੁਰਾ ਨਹੀਂ ਮੰਨਦੇ ਗੇ, ਕਿਉਂਕਿ ਇਹ ਤਣਾਅ ਇੱਕ ਹਿੱਸਾ ਵਾ ਜ਼ਿੰਦਗੀ ਦਾ, ਇੱਕ ਸੱਚਾਈ ਆ, ਇਹਨੂੰ ਅਸੀਂ ਟਾਲ ਨਹੀਂ ਸਕਦੇ। ਬੱਚਿਆਂ ਦੇ ਕਿੰਨਾ ਵੀ ਤੁਸੀਂ ਛੋਟੇ ਬੱਚੇ ਨੂੰ ਕਈ ਥਾਵਾਂ 'ਤੇ ਉਹ ਫਰਸਟ੍ਰੇਸ਼ਨ ਦਿਖਾਊਗਾ, ਕਈ ਥਾਵਾਂ 'ਤੇ ਉਹ ਡਿਸਅਪੁਆਇੰਟਮੈਂਟ ਦਿਖਾਊਗਾ, ਕਈ ਥਾਵਾਂ 'ਤੇ ਉਹ ਹਰਟ ਮਹਿਸੂਸ ਕਰੇ, ਕਈ ਥਾਵਾਂ 'ਤੇ ਉਹ ਡਰ ਮਹਿਸੂਸ ਕਰੂਗਾ, ਕਈ ਥਾਵਾਂ 'ਤੇ ਉਹ ਇਨਸਿਕਿਉਰ ਮਹਿਸੂਸ ਕਰੂ, ਸਕੇਅਰਡ ਮਹਿਸੂਸ ਕਰੂ। ਸੋ ਇਹ ਸਾਰੀ ਉਹਦੇ ਬਚਪਨ, ਉਹਦੇ ਵੱਡੇ ਹੋਣ ਦਾ ਹਿੱਸਾ ਵਾ। ਇੱਕ ਅਸੀਂ ਕਹਿੰਦੇ ਹਾਂ ਨੈਗੇਟਿਵ ਤਣਾਅ, ਇੱਕ ਕਹਿੰਦੇ ਅਸੀਂ ਟੌਕਸਿਕ ਤਣਾਅ। ਸੋ ਹੁੰਦਾ ਕੀ ਹੈ ਕਿ ਜਿਹੜਾ ਪੋਜ਼ਿਟਿਵ ਤਣਾਅ ਵਾ, ਬੱਚਾ ਤਣਾਅ ਵਿੱਚ ਮਹਿਸੂਸ ਕਰਦਾ, ਉਹਦੇ ਆਲੇ ਦੁਆਲੇ ਪੋਜ਼ਿਟਿਵ ਚੰਗੇ ਰਿਸ਼ਤੇ ਹੁੰਦੇ, ਉਹ ਬਫਰ ਕਰਦੇ ਆ। ਜੇ ਬੱਚਾ ਡਰਦਾ ਵਾ, ਉਹਨੂੰ ਸ਼ਾਂਤੀ ਦਿਵਾਉਣ ਵਾਲਾ ਵੀ ਅਡਲਟ ਉਹਦੇ ਕੋਲੇ ਹੁੰਦਾ ਵਾ। ਸੋ ਫॉर ਐਗਜ਼ਾਮਪਲ ਇੱਕ ਮਾਂ ਬਾਪ ਦਾ ਰਿਸ਼ਤਾ, ਜਿਹੜੇ ਅਡਲਟ ਰਿਸ਼ਤੇ ਆ, ਉਹ ਇਸ ਜਰਨੀ ਦੇ ਵਿੱਚ ਉਹਦੀ ਮਦਦ ਕਰਦੇ ਆ ਕਿ ਤਣਾਅ ਤਾਂ ਤੇਰਾ ਹਿੱਸਾ ਵਾ, ਤਣਾਅ ਤਾਂ ਤੈਨੂੰ ਬਚਪਨ ਦੇ ਵਿੱਚ ਮਹਿਸੂਸ ਹੋਊਗਾ, ਪਰ ਅਸੀਂ ਤੇਰੇ ਨਾਲ ਹੋਵਾਂਗੇ, ਅਸੀਂ ਉਹ ਤਣਾਅ ਦੇ ਨਾਲ ਹੋਵਾਂਗੇ। ਤੁਸੀਂ ਦੇਖਿਓ ਕਿ ਆਮ ਜਦੋਂ ਅਸੀਂ ਬਹੁਤ ਸਟਰੈਸਡ ਹੋਈਏ, ਦੁੱਖ ਹੋਈਏ, ਅਤੇ ਸਾਡੇ ਕੋਲ ਰਿਸ਼ਤੇ ਹੋਣ ਅਤੇ ਸਾਡਾ ਹੱਥ ਫੜੇ, ਉਹ ਤਣਾਅ ਵੀ ਤਣਾਅ ਨਹੀਂ ਲੱਗਦਾ, ਅਸੀਂ ਆਰਾਮ ਨਾਲ ਟੱਪ ਜਾਂਦੇ ਹਾਂ। ਸੋ ਉਹੀ ਚੀਜ਼ ਬੱਚੇ ਦੀ ਹੈ ਕਿ ਸਾਨੂੰ ਜਿਹੜੇ ਰਿਸ਼ਤੇ, ਉਹ ਜਿਹੜੇ ਘਰ ਦਾ ਇਨਵਾਇਰਮੈਂਟ, ਉਹ ਸੇਫ ਇਨਵਾਇਰਮੈਂਟ ਬੱਚੇ ਲਈ ਬੜਾ ਜ਼ਰੂਰੀ ਬਣ ਜਾਂਦਾ, ਕਿਉਂਕਿ ਇੱਕ ਜਰਨੀ ਤਣਾਅ ਦੀ ਆ, ਅਤੇ ਇੱਕ ਮਾਂ ਬਾਪ ਪਿਆਰ ਕਰਨ ਵਾਲਾ, ਆਪਸ ਦੇ ਵਿੱਚ ਇੱਕ ਘਰ ਦਾ ਇਨਵਾਇਰਮੈਂਟ ਵਧੀਆ ਹੋਵੇ, ਅਤੇ ਉਹ ਜਿਹੜਾ ਬੱਚੇ ਦਾ ਤਣਾਅ ਵੀ ਜਾਂਦਾ ਰਹਿੰਦਾ, ਪਰ ਉਹ ਉਹਨੂੰ ਇੱਕ ਸੇਫ ਇਨਵਾਇਰਮੈਂਟ ਮਹਿਸੂਸ ਕਰਨਾ ਮਿਲਦਾ, ਜਿਹੜੇ ਸੇਫ ਇਨਵਾਇਰਮੈਂਟ 'ਚ ਰਹਿੰਦਾ। ਇੱਕ ਟੌਕਸਿਕ ਤਣਾਅ ਇਹ ਹੁੰਦਾ ਵਾ ਕਿ ਜਦੋਂ ਅਸੀਂ ਬਚਪਨ ਦੇ ਵਿੱਚ ਇੱਕ ਜ਼ਹਿਰੀਲਾ ਤਣਾਅ ਦੇਖਿਆ ਹੋਵੇ, ਫੋਰ ਐਗਜ਼ਾਮਪਲ ਉਹ ਤਣਾਅ ਇਹ ਹੋ ਸਕਦਾ ਕਿ ਸਾਨੂੰ ਨਿਗਲੈਕਟ ਬਹੁਤ ਕੀਤਾ ਗਿਆ ਹੋਵੇ। ਇਹ ਤਣਾਅ ਸਾਡੀ ਡਿਵੈਲਪਮੈਂਟ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਜਿਵੇਂ ਸਾਨੂੰ ਇਗਨੋਰ ਬਹੁਤ ਕੀਤਾ ਗਿਆ ਹੋਵੇ, ਐਂਡ ਮੋਸਟਲੀ ਜਦੋਂ ਅਸੀਂ ਪਲ ਰਹੇ ਸੀਗੇ, ਵੱਡੇ ਹੋ ਰਹੇ ਸੀਗੇ, ਸਾਡੇ ਬਚਪਨਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਬਹੁਤ ਹੋਈਆਂ ਕਿ ਜਿੱਥੇ ਸਾਡੇ ਮਾਂ ਬਾਪ ਕੰਮਾਂ 'ਚ ਬਿਜ਼ੀ ਸੀ, ਜਾਂ ਭੈਣ ਭਰਾ ਉਦੋਂ ਜ਼ਿਆਦਾ ਹੀ ਹੁੰਦੇ ਸੀਗੇ, ਐਂਡ ਉਦੋਂ ਸਾਡੇ ਮਾਂ ਬਾਪ ਸਾਨੂੰ ਉਹ ਨਿਗਲੈਕਟ ਕਰਨਾ ਜਾਂ ਇਗਨੋਰ ਕਰ ਦਿੰਦੇ ਸੀ, ਕਿਉਂਕਿ ਇੱਕ ਬੱਚੇ ਨੂੰ ਵੈਲੀਡੇਸ਼ਨ ਬੜੀ ਚਾਹੀਦੀ। ਬੱਚਾ ਤੁਹਾਡੀ ਜ਼ਿੰਦਗੀ ਚਾਹੁੰਦਾ ਹੀ ਤੁਹਾਨੂੰ ਪਿਆਰ ਲੈਣਾ, ਹੈ ਨਾ। ਸੋ ਮੋਸਟਲੀ ਕਈ ਵਾਰ ਆਪਾਂ ਇੱਕ ਇਹ ਵੀ ਗੱਲ ਕਰਾਂਗੇ, ਮੋਸਟਲੀ ਪੇਰੈਂਟਸ ਕਈ ਵਾਰ ਆਪਾਂ ਕਹਿੰਦੇ ਕਿ ਬੱਚਾ ਵੀ ਸਾਨੂੰ ਪਿਆਰ ਦੇਣ ਆ ਰਿਹਾ, ਨੋ, ਬੱਚਾ ਪਿਆਰ ਤੁਹਾਥੋਂ ਲੈਣ ਆ ਰਿਹਾ, ਬੱਚੇ ਨੇ ਬਹੁਤ ਸਾਰਾ ਪਿਆਰ ਤੁਹਾਥੋਂ ਖਿੱਚਣਾ ਵਾ, ਐਂਡ ਕੀ ਅਸੀਂ ਰੈਡੀ ਹੋ ਪਿਆਰ ਦੇਣ ਨੂੰ। ਸੋ ਕਈ ਵਾਰ ਜਿਹੜੇ ਸਾਡੇ ਘਰਾਂ ਦੇ ਅਸੀਂ ਬਚਪਨ ਦੇ ਵਿੱਚ ਰਹੇ ਹਾਂ, ਸਾਡੇ ਨਿਗਲੈਕਟ ਬਹੁਤ ਹੋਇਆ ਕਿ ਸਾਡੇ ਮਾਂ ਬਾਪ ਦੀਆਂ, ਸਾਡੀ ਕਿਹੜੀ ਡਿਵੈਲਪਮੈਂਟਲ ਸਟੇਜ ਸੀ, ਸਾਡੇ ਮਾਂ ਬਾਪ ਨੂੰ ਕੋਈ ਉਸ ਬਾਰੇ ਜਾਣਕਾਰੀ ਨਹੀਂ ਸੀ, ਇਹਦੇ ਦਿਮਾਗ 'ਤੇ ਕੀ ਚੱਲ ਰਿਹਾ ਵਾ, ਉਸ ਵੀ ਸਾਡੇ ਮਾਂ ਬਾਪ ਨੂੰ ਕੋਈ ਉਹਨਾਂ ਦੀ ਜਾਣਕਾਰੀ ਨਹੀਂ ਸੀ। ਇੱਕ ਬੱਚੇ ਦਾ ਸਰੀਰ ਪਾਲਿਆ ਜਾਂਦਾ ਸੀ ਅਤੇ ਮਾਨਸਿਕ ਉਮੀਦ ਕੀਤੀ ਜਾਂਦੀ ਸੀ ਕਿ ਇੱਕ ਵੱਡਾ ਹੋ ਕੇ ਠੀਕ ਹੀ ਹੋ ਜਾਊਗਾ। ਸੋ ਨਿਗਲੈਕਟ, ਇਹਦਾ ਮਤਲਬ ਇਹ ਹੈ ਕਿ ਸਾਨੂੰ ਇਗਨੋਰ ਕੀਤਾ ਗਿਆ ਐਂਡ ਐਜ਼ ਅ ਬਚਪਨ, ਐਜ਼ ਅ ਬੱਚੇ ਤੁਸੀਂ ਦੇਖ ਲਓ ਕਿ ਇੱਕ ਬੱਚੇ ਨਾਲ ਜਦੋਂ ਤੁਸੀਂ ਖੇਡਣ ਲੱਗ ਜਾਓ, ਤੁਹਾਨੂੰ ਇੰਗੇਜ ਕਰਨ ਲੱਗ ਜਾਂਦਾ, ਜਦੋਂ ਤੁਸੀਂ ਉਹਨੂੰ ਅੱਖਾਂ ਨਾਲ ਅੱਖਾਂ ਗੱਲਾਂ ਕਰਦੇ ਹੋ, ਉਹਦੇ ਨਾਲ ਹੱਸਦੇ ਆ, ਉਹ ਵੀ ਤੁਹਾਡੇ ਨਾਲ ਇੰਗੇਜ। ਸੋ ਬੱਚੇ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਜਿਹੜੀਆਂ ਕਿ ਸ਼ਾਇਦ ਸਾਡੇ ਬਚਪਨ ਦਾ ਹਿੱਸਾ ਨਹੀਂ ਰਹੀਆਂ ਗਈਆਂ। ਐਂਡ ਦੂਸਰਾ ਤਣਾਅ ਇੱਕ ਫਿਜ਼ੀਕਲ ਅਬਿਊਜ਼, ਅਸੀਂ ਕਿਸੇ ਦੀ ਕੁੱਟਮਾਰ ਵੇਖੀ, ਅਸੀਂ ਆਪਣੇ ਬਚਪਨ ਦੇ ਵਿੱਚ ਆਲੇ ਦੁਆਲੇ ਲੋਕਾਂ 'ਚ, ਹੋ ਸਕਦਾ ਕਪਲ ਦੇ ਵਿੱਚ ਕੁੱਟਮਾਰ ਹੁੰਦੀ ਹੋਵੇ, ਹੋ ਸਕਦਾ ਆਲੇ ਦੁਆਲੇ ਹੋਰ ਕਿਤੇ ਥਾਵਾਂ 'ਤੇ ਅਸੀਂ ਕੁੱਟਮਾਰ ਦੇਖੀ ਹੋਵੇ, ਇਹ ਇੱਕ ਬੜਾ ਜ਼ਹਿਰੀਲਾ ਤਣਾਅ ਵਾ ਸਾਡੇ ਬੱਚੇ ਵਾਸਤੇ। ਤੀਸਰਾ ਇੱਕ ਇਮੋਸ਼ਨਲ ਅਬਿਊਜ਼, ਘਰ ਦੇ ਵਿੱਚ ਸ਼ਾਇਦ ਸਰੀਰ ਦਾ ਤਾਂ ਕੁੱਟਮਾਰ ਨਾ ਹੀ ਹੋਵੇ, ਪਰ ਮੂੰਹ 'ਚੋਂ ਇੱਕ ਦੂਜੇ ਦੀ ਬੇਇੱਜ਼ਤੀ, ਇੱਕ ਦੂਜੇ ਨੂੰ ਸ਼ੇਮ, ਇੱਕ ਦੂਜੇ ਨੂੰ ਗੰਦੇ ਬੋਲ, ਚੰਗੇ ਮੰਦੇ ਬੋਲ, ਜੋ ਕਿ ਸਾਡੇ ਬਚਪਨਾਂ ਦੇ ਵਿੱਚ ਬਹੁਤ ਹਿੱਸਾ ਰਿਹਾ, ਲੋਕੀ ਬੋਲਣ ਨਾਲ ਬਹੁਤ ਲੜਦੇ ਸੀਗੇ। ਉਹ ਜਿਹੜਾ ਇਮੋਸ਼ਨਲ ਜਿਹੜਾ ਅਬਿਊਜ਼ ਆ, ਉਹ ਤਣਾਅ ਪੈਂਦਾ ਵਾ।
ਐਂਡ ਮੋਸਟਲੀ ਜਿਹੜਾ ਬੱਚੇ ਦੇ ਨੇੜੇ ਆ ਮਾਂ ਬਾਪ ਸਭ ਤੋਂ ਨੇੜੇ ਹੁੰਦੇ ਆ ਬੱਚੇ ਦੇ, ਐਂਡ ਬੱਚੇ ਦਾ ਸਿਕਿਉਰ ਪੁਆਇੰਟ ਉਹਦੇ ਮਾਂ ਬਾਪ ਹੁੰਦੇ ਆ। ਸੋ ਜੇ ਉਹ ਇਮੋਸ਼ਨਲ ਅਬਿਊਜ਼ ਇੱਕ ਦੂਜੇ 'ਚ ਉਹਨਾਂ ਦੀ ਬਣਦੀ ਨਾ ਹੋਵੇ, ਉਹ ਇੱਕ ਦੂਜੇ 'ਤੇ ਤਣਾਅ ਬਹੁਤ ਮਹਿਸੂਸ ਕਰਦੇ ਹੁਣ, ਉਹ ਉਹਨੂੰ ਸ਼ੇਮ ਕਰਦਾ ਹੋਵੇ, ਉਹਨੂੰ ਸ਼ੇਮ ਕਰਦਾ, ਉਹ ਵੀ ਚੰਗਾ ਬੁਰਾ ਭਲਾ ਕਹਿੰਦਾ ਹੋਵੇ, ਉਹਨੂੰ ਬੁਰਾ ਭਲਾ ਕਹਿੰਦਾ ਹੋਵੇ, ਸੋ ਇਹ ਇੱਕ ਇਮੋਸ਼ਨਲ ਅਬਿਊਜ਼ ਹੋ ਜਾਂਦਾ ਵਾ। ਵਿਟਨੈਸਿੰਗ ਵਾਇਲੈਂਸ ਮਤਲਬ ਕਿ ਅਗੇਨ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜਾ ਦੇਖਣਾ ਗਾ। ਦੂਸਰਾ, ਇੱਕ ਮਾਂ ਜਾਂ ਬਾਪ ਨੂੰ ਇੱਕ ਮੈਂਟਲ ਬਿਮਾਰੀ ਹੋਵੇ, ਕੋਈ ਜਿਵੇਂ ਬਚਪਨ ਦੇ ਵਿੱਚ ਜਦੋਂ ਅਸੀਂ ਵੱਡੇ ਹੋ ਰਹੇ ਸੀ ਉਦੋਂ ਤਾਂ ਪਤਾ ਵੀ ਨਹੀਂ ਸੀ ਕਿ ਮਾਨਸਿਕ ਬਿਮਾਰੀਆਂ ਵੀ ਲੋਕਾਂ ਨੂੰ ਹੁੰਦੀਆਂ ਵਾ, ਉਦੋਂ ਡਾਇਗਨੋਜ਼ ਨਹੀਂ ਸੀ ਕੀਤੇ ਜਾਂਦੇ। ਸੋ ਜੇ ਮਾਂ ਜਾਂ ਬਾਪ ਨੂੰ ਇੱਕ ਮਾਨਸਿਕ ਤਣਾਅ ਦੀ ਬਿਮਾਰੀ ਆ, ਉਹ ਵੀ ਇੱਕ ਜ਼ਹਿਰੀਲਾ ਤਣਾਅ ਆ ਬੱਚੇ ਵਾਸਤੇ। ਸੋ ਇੱਕ ਤਾਂ ਪੋਜ਼ੀਟਿਵ ਤਣਾਅ ਸੀ ਮਿਲਿਆ ਕਿ ਇੱਕ ਤਾਂ ਜਿਹੜਾ ਤਣਾਅ ਸਾਡੀ ਜ਼ਿੰਦਗੀ ਦਾ, ਸਾਡੇ ਬਚਪਨ ਦਾ ਹਿੱਸਾ ਰਹਿਣਾ ਹੀ ਰਹਿਣਾ, ਅਸੀਂ ਨਵੀਆਂ ਚੀਜ਼ਾਂ ਸਿੱਖਣੀਆਂ, ਅਸੀਂ ਸੱਟਾਂ ਖਾਣੀਆਂ, ਅਸੀਂ ਮਾਂ ਬਾਪ ਨੇ ਸਾਡਿਆਂ ਨੇ ਛੱਡ ਕੇ ਸਾਨੂੰ ਕੰਮ 'ਤੇ ਜਾਣਾ, ਸਾਨੂੰ ਦੋਸਤ ਮਿੱਤਰਾਂ ਨੂੰ ਖੇਡਦਿਆਂ ਨਾਲੋਂ ਅੱਡ ਕਰਨਾ, ਇਹ ਇੱਕ ਪੋਜ਼ੀਟਿਵ ਤਣਾਅ ਵਾ, ਇਹ ਸਾਡੇ ਬਚਪਨ ਦਾ ਹਿੱਸਾ ਵਾ, ਇਹ ਸਾਡੇ ਬੱਚੇ ਦਾ ਹਿੱਸਾ ਰਹੂਗਾ। ਐਂਡ ਉਸ ਤਣਾਅ ਨੂੰ ਅਸੀਂ ਕਿਵੇਂ ਬਫਰ ਕਰਦੇ, ਉਸ ਤਣਾਅ ਨੂੰ ਅਸੀਂ ਥੋੜ੍ਹਾ ਜਿਹਾ ਬੱਚੇ 'ਚ ਕਿਵੇਂ ਮਿਟਾਉਂਦੇ ਹਾਂ, ਜਦੋਂ ਇੱਕ ਪਿਆਰ ਕਰਨ ਵਾਲਾ ਮਾਂ ਬਾਪ, ਘਰ ਦਾ ਇਨਵਾਇਰਮੈਂਟ ਸੇਫ ਉਹਨੂੰ ਮਿਲੇ, ਉਹਦੇ 'ਤੇ ਸੱਟਾਂ ਜ਼ਿਆਦਾ ਅਸਰ ਨਹੀਂ ਕਰਦੀਆਂ ਕਿਉਂਕਿ ਉਹ ਸੱਟਾਂ 'ਚੋਂ ਨਿਕਲ ਜਾਂਦਾ। ਜ਼ਹਿਰੀਲਾ ਤਣਾਅ ਆ, ਸਾਨੂੰ ਬਹੁਤ ਇਗਨੋਰ ਕੀਤਾ ਗਿਆ ਬਚਪਨ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਇਗਨੋਰ ਕੀਤਾ ਗਿਆ ਵਾ। ਅਸੀਂ ਆਪਣੇ ਬਚਪਨ 'ਚ ਸਾਨੂੰ ਵੈਲੀਡੇਸ਼ਨ, ਸਾਨੂੰ ਮਾਂ ਬਾਪ ਤੋਂ ਰਿਸ਼ਤੇ ਨਹੀਂ ਮਿਲੇਗੇ ਕਿਸੇ ਵੀ ਰੀਜ਼ਨ ਕਰਕੇ। ਦੂਸਰਾ, ਅਸੀਂ ਕੁੱਟਮਾਰ ਵੇਖੀ ਹੋਵੇ ਆਪਦੇ ਘਰ ਦੇ ਵਿੱਚ, ਅਸੀਂ ਆਪਦੇ ਮਾਂ ਬਾਪ ਦੇ ਵਿੱਚ ਬਹੁਤ ਮਾਨਸਿਕ ਤਣਾਅ ਦੇਖਿਆ ਹੋਵੇ, ਇੱਕ ਦੂਜੇ ਨਾਲ ਉਹ ਸ਼ਾਇਦ ਕਈ ਵਾਰ ਸਰੀਰ ਕਰਕੇ ਲੜਦੇ, ਸ਼ਾਇਦ ਮਨਾਂ ਦੇ ਵਿੱਚ ਹੀ ਬਹੁਤ ਲੜਦੇ ਹੋਣ, ਉਹ ਵੀ ਐਨਰਜੀ ਬੱਚੇ 'ਤੇ ਜ਼ਹਿਰੀਲਾ ਤਣਾਅ ਵਾ। ਬਾਕੀ ਇੱਕ ਮਾਂ ਜਾਂ ਬਾਪ ਨੂੰ ਇੱਕ ਮਾਨਸਿਕ ਬਿਮਾਰੀ ਹੋਵੇ, ਡਿਪਰੈਸ਼ਨ ਹੋ ਸਕਦਾ, ਕੋਈ ਵੀ ਹੋਰ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੁੰਦੀ ਆ, ਸੋ ਇਹ ਜ਼ਹਿਰੀਲੇ ਤਣਾਅ ਵਾ। ਜ਼ਹਿਰੀਲਾ ਤਣਾਅ ਜਿਹੜਾ ਬੱਚੇ ਉਹ ਸਾਡੀ ਸਾਰੀ ਉਮਰ ਲੌਂਗ ਟਰਮ ਸਾਡੇ ਨਾਲ ਸਫਰ ਕਰਦਾ ਵਾ। ਕਈ ਵਾਰ ਤੁਸੀਂ ਦੇਖ ਲਓ ਕਿ ਕਈ ਲੋਕ ਜਿਹੜੇ ਅਡਿਕਸ਼ਨ 'ਚ ਜਿਹੜਾ ਨਸ਼ਾ ਕਰਦੇ ਆ, ਇਹ ਇੱਕ ਉਹਨਾਂ ਨੇ ਜ਼ਹਿਰੀਲਾ ਤਣਾਅ ਉਹਨਾਂ ਨੇ ਸਿਆਹ ਹੁੰਦਾ ਵਾ ਐਜ਼ ਅ ਬਚਪਨ ਦੇ ਵਿੱਚ, ਜਿਹੜਾ ਕਿ ਉਹ ਤੁਹਾਨੂੰ ਸ਼ਾਇਦ ਪੁੱਛੇ ਤੇ ਤੁਹਾਨੂੰ ਦੱਸ ਨਹੀਂ ਸਕਦੇ। ਕਿ ਮੋਸਟਲੀ ਜਦੋਂ ਮੈਂ ਅਡਿਕਸ਼ਨਸ 'ਚ ਵੀ ਕੰਮ ਕਰਦੀ ਹਾਂ, ਜਿਹੜੇ ਲੋਕ ਨਸ਼ਾ ਕਰਦੇ ਮੈਂ ਉਹਨਾਂ ਨਾਲ ਵੀ ਕੰਮ ਕਰਦੀ ਹਾਂ। ਸੋ ਇਹ ਇੱਕ ਜ਼ਹਿਰੀਲੇ ਤਣਾਅ ਵਾ। ਐਂਡ ਜ਼ਹਿਰੀਲੇ ਤਣਾਅ ਆਪਦੇ ਸਰੀਰ ਤੋਂ, ਜ਼ਹਿਰੀਲੇ ਤਣਾਅ ਦੀ ਮਾਨਸਿਕਤਾ 'ਚੋਂ ਨਿਕਲਣਾ ਬੜਾ ਔਖਾ ਵਾ। ਇਹ ਸਾਨੂੰ ਸਾਰੀ ਜ਼ਿੰਦਗੀ ਹੰਟ ਕਰਦੇ, ਸਾਰੀ ਜ਼ਿੰਦਗੀ ਸਾਡਾ ਪਿੱਛਾ ਨਹੀਂ ਛੱਡ ਦੇਗੇ। ਫੋਰ ਐਗਜ਼ਾਮਪਲ, ਕਈ ਲੋਕੀ ਤੁਸੀਂ ਦੇਖ ਲਓ ਕਿ ਉਹਨਾਂ ਦੇ ਮਾਨਸਿਕ ਤੇ ਉਹ ਭਾਵੇਂ 50 ਸਾਲ ਦੇ 40, ਉਹ ਦੁੱਖ ਹੀ ਮਹਿਸੂਸ ਕਰੀ ਜਾਂਦੇ, ਉਹ ਮਨ ਤੇ ਤਣਾਅ ਹੀ ਮਹਿਸੂਸ ਕਰੀ ਜਾਂਦੇ, ਬਿਕਾਜ਼ ਬਚਪਨ ਦੇ ਵਿੱਚ ਇੱਕ ਜ਼ਹਿਰੀਲਾ ਤਣਾਅ ਮਹਿਸੂਸ ਕੀਤਾ ਹੋਇਆ। ਐਂਡ ਹੋ ਸਕਦਾ ਇਹਨਾਂ ਜਿਹੜੇ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਇਹ ਜ਼ਹਿਰੀਲੇ ਤਣਾਅ, ਇਹ ਤੋਂ ਅੱਡ ਵੀ ਕੋਈ ਜ਼ਹਿਰੀਲੇ ਤਣਾਅ ਹੋਰ ਵੀ ਹੋ ਸਕਦੇ ਆ। ਮਤਲਬ ਇਹ ਹੈ ਕਿ ਇੱਕ ਤਣਾਅ ਇਹੋ ਜਿਹਾ ਸੀ ਜਿਹਨੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੁਸ਼ ਰਹਿਣਾ, ਤੁਹਾਨੂੰ ਦੁੱਖ ਮਹਿਸੂਸ ਕਰਨਾ ਸਿਖਾਤਾ, ਤੁਹਾਡਾ ਜ਼ਿੰਦਗੀ ਤੋਂ ਵਿਸ਼ਵਾਸ ਜਿਹਾ ਉਠਾਤਾ, ਤੁਹਾਨੂੰ ਚੰਗਿਆਈ ਤੋਂ ਵਿਸ਼ਵਾਸ ਜਿਹਾ ਉਠਾਤਾ, ਜਾਂ ਰਿਸ਼ਤਿਆਂ ਤੋਂ ਵਿਸ਼ਵਾਸ ਜਿਹਾ ਉਠਾਤਾ, ਹੋਰ ਵੀ ਕਿਸੇ ਤਰੀਕੇ ਨਾਲ। ਬੇਸਿਕਲੀ ਮਤਲਬ ਜ਼ਹਿਰੀਲੇ ਤਣਾਅ ਦਾ ਇਹ ਆ ਕਿ ਇੱਕ ਜਿਹੜਾ ਬੱਚਾ ਸਾਲ ਦਾ ਨਾ, ਉਹਦੇ 'ਤੇ ਤੁਸੀਂ 10 ਇੱਟਾਂ ਰੱਖ ਦਿਓ ਕਿ ਕੀ ਹੋਊਗਾ, ਸਰੀਰ ਟੁੱਟੂਗਾ ਨਾ, ਉਹਦੇ ਸਰੀਰ 'ਤੇ ਇੰਪੈਕਟ ਪਊਗਾ। ਇਵੇਂ ਹੀ ਤੁਸੀਂ ਕੀਤਾ, 1 ਸਾਲ ਦੇ ਬੱਚੇ ਨੂੰ ਤੁਸੀਂ 15 ਇੱਟਾਂ ਮਾਨਸਿਕ ਦੇ ਤਣਾਅ ਦੀਆਂ ਰੱਖਦੀਆਂ, ਅਤੇ ਉਹਦੇ ਕੋਲ ਕਿੰਨੀ ਵੀ ਉਹ ਜਿਹੜਾ 15 ਇੱਟਾਂ ਵਾਲਾ ਮਾਨਸਿਕ ਤਣਾਅ ਉਹਨੂੰ ਦਬਾ ਦੂਗਾ ਥੱਲੇ ਕਿਤੇ ਨਾ ਕਿਤੇ। ਸੋ ਇਵੇਂ ਜਦੋਂ ਸਾਨੂੰ ਬਚਪਨ ਦੇ ਵਿੱਚ ਲੋੜ ਤੋਂ ਵੱਧ ਤਣਾਅ ਮਿਲ ਜਾਵੇ, ਇੱਕ ਤਾਂ ਤਣਾਅ ਸਾਨੂੰ ਮਿਲਣਾ ਹੀ ਆ ਬਿਕਾਜ਼ ਸਾਡੀ ਜਰਨੀ, ਸਾਡੀ ਡਿਵੈਲਪਮੈਂਟ ਦਾ ਹਿੱਸਾ ਵਾ। ਬੱਚੇ ਨੇ ਰੋਣਾ ਵਾ, ਬੱਚੇ ਨੇ ਫਰਸਟ੍ਰੇਟਡ ਹੋਣਾ, ਡਿਸਅਪੁਆਇੰਟਮੈਂਟ ਹੋਣਾ, ਉਹਨੇ ਸਾਰੀਆਂ ਉਸ ਡਿਵੈਲਪਮੈਂਟਲ ਸਟੇਜਸ ਤੋਂ ਜਾਣਾ। ਇੱਕ ਜਿਹੜਾ ਜ਼ਹਿਰੀਲਾ ਤਣਾਅ ਵਾ, ਜਿਹੜਾ ਕਿ ਬੱਚੇ ਨੂੰ ਓਨਾ ਤਣਾਅ ਦੇ ਦੇਣਾ ਜਿਹੜਾ ਉਹਦੀ ਕਪੈਸਿਟੀ ਤੋਂ ਉੱਪਰ ਹੋਵੇ, ਰਿਸ਼ਤੇ ਵੀ ਉਹਨੂੰ ਉਹ 'ਚੋਂ ਕੱਢ ਨਾ ਸਕਣ। ਨੋਰਮਲੀ ਜਿਹੜਾ ਜ਼ਹਿਰੀਲਾ ਤਣਾਅ, ਇਹਨਾਂ ਵਿੱਚ ਸੇਫ ਇਨਵਾਇਰਮੈਂਟ ਨਹੀਂ ਹੁੰਦਾ, ਉਹਨਾਂ ਘਰਾਂ ਦੇ ਵਿੱਚ ਸੇਫ ਇਨਵਾਇਰਮੈਂਟ ਨਹੀਂ ਹੁੰਦਾ। ਉਹਨਾਂ ਕਿਉਂਕਿ ਜਿੱਥੇ ਮਾਂ ਬਾਪ ਲੜਦੇ ਆਪਣੇ ਬੱਚੇ ਨੂੰ ਮਾਨਸਿਕ ਸੇਫਟੀ ਨਹੀਂ ਦੇ ਸਕਦੇ, ਕਿ ਜਿੱਥੇ ਬੱਚਾ ਇੱਕ ਅਬਿਊਜ਼ ਦੇਖ ਰਿਹਾ ਵਾ, ਇੱਕ ਕੁੱਟਮਾਰ ਦੇਖ ਰਿਹਾ ਵਾ, ਉੱਥੇ ਵੀ ਜਿਹੜੇ ਉਹ ਘਰ ਦੇ ਲੋਕ ਰਹਿ ਰਹੇ ਆ, ਉਹਨੂੰ ਮਾਨਸਿਕ, ਉਹਨੂੰ ਖੁਸ਼ੀ ਨਹੀਂ ਦੇ ਸਕਦੇ, ਉਹਨੂੰ ਮਾਨਸਿਕ ਸੇਫਟੀ ਨਹੀਂ ਦੇ ਸਕਦੇ। ਸੋ ਕਿਉਂਕਿ ਸਾਡੇ ਬਚਪਨ ਦੇ ਵਿੱਚ ਅੱਜ ਵੀ ਅਸੀਂ ਬਹੁਤ ਕੋਸ਼ਿਸ਼ ਕਰਦੇ ਸਾਡੇ ਬੱਚੇ ਕੋਲ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਹੋਵੇ, ਹਰ ਤਰ੍ਹਾਂ ਦੇ ਬ੍ਰਾਂਡ ਨੇਮ ਦਾ ਕੱਪੜਾ ਸਾਡੇ ਬੱਚੇ ਦੇ ਪਾਇਆ ਹੋਵੇ, ਸਾਡਾ ਬੱਚਾ ਵੱਡੀ ਤੋਂ ਵੱਡੀ ਕਾਰ ਦੇ ਵਿੱਚ ਬੈਠੇ, ਜਾਂ ਕੋਈ ਵੀ,
ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਇੱਕ ਸਰੀਰਕ ਲੋੜਾਂ ਨਹੀਂ ਉਹਦੀਆਂ ਪੂਰੀਆਂ ਕਰਨੀਆਂ, ਇੱਕ ਅਸੀਂ ਉਹਦੀਆਂ ਮਾਨਸਿਕ ਲੋੜਾਂ ਵੀ ਪੂਰੀਆਂ ਕਰਨੀਆਂ। ਐਂਡ ਸਾਡੇ ਬੱਚੇ ਦੀ ਮੁੱਢਲੀ ਮਾਨਸਿਕ ਲੋੜ ਹੋਇਆ ਕਿ ਜਿਸ ਇਨਵਾਇਰਮੈਂਟ ਦੇ ਵਿੱਚ ਉਹ ਜਨਮ ਲਵੇ ਉੱਥੋਂ ਦੇ ਲੋਕਾਂ ਦੇ ਵਿੱਚ ਆਪਸ ਵਿੱਚ ਪਿਆਰ ਹੋਵੇ, ਉੱਥੋਂ ਦੇ ਲੋਕ ਮਿਲ ਜੁਲ ਕੇ ਰਹਿਣ। ਬਿਕਾਜ਼ ਤੁਸੀਂ ਦੇਖ ਲਓ ਘਰ ਨੂੰ ਇੱਕ ਜ਼ਹਿਰੀਲਾ ਜ਼ਹਿਰੀਲਾ ਇਨਵਾਇਰਮੈਂਟ ਕਿਹੜੀ ਚੀਜ਼ ਨਾਲ ਬਣਦਾ, ਜਦੋਂ ਇਨਸਾਨ ਦੋ ਲੜਦੇ ਆ। ਤੁਸੀਂ ਦੇਖ ਲਓ ਕਈ ਵਾਰ ਕਿਸੇ ਕੋਲ ਖਾਣਾ ਵੀ ਨਾ ਹੋਵੇ, ਕੁਛ ਵੀ ਨਾ ਹੋਵੇ, ਪਰ ਜਿੱਥੇ ਦੋ ਇਨਸਾਨਾਂ ਦੀ ਬਣਦੀ ਹੋਵੇ, ਜਿੱਥੇ ਇੱਕ ਇਨਸਾਨ ਰਲ ਮਿਲ ਕੇ ਇੱਕ ਘਰ ਦੇ ਵਿੱਚ ਰਲ ਮਿਲ ਕੇ ਹੱਥ ਫੜ ਕੇ ਕਰਦੇ ਹੋਣ, ਉਸ ਘਰ ਦਾ ਇਨਵਾਇਰਮੈਂਟ ਉੱਥੇ ਜਾਣ ਨੂੰ ਵੀ ਜੀਅ ਕਰਦਾ, ਤੁਹਾਡਾ ਵੀ ਜਾਣ ਨੂੰ ਜੀਅ ਕਰਦਾ। ਹੁਣ ਵੀ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰੇ, ਤੁਹਾਨੂੰ ਪਤਾ ਕਿ ਉਹਨਾਂ ਦੇ ਘਰੇ ਖੁਸ਼ੀ ਬਹੁਤ ਆ, ਉਹਨਾਂ ਦੇ ਘਰੇ ਬਹੁਤ ਇੱਕ ਦੂਜੇ ਨਾਲ ਗੱਲਾਂ ਪਿਆਰ ਨਾਲ ਕਰਦੇ ਆ ਅਤੇ ਇਨਵਾਇਰਮੈਂਟ ਚੰਗਾ, ਅਤੇ ਤੁਸੀਂ ਜਾਣਾ ਮੰਗਦੇ ਹੋ। ਪਰ ਜਿੱਥੇ ਤੁਹਾਨੂੰ ਪਤਾ ਕਿ ਇਸ ਘਰ ਦੇ ਵਿੱਚ ਜਾ ਕੇ ਤਾਂ ਮੈਨੂੰ ਤਣਾਅ ਮਿਲੂਗਾ, ਉਸ ਘਰ ਦੇ ਵਿੱਚ ਤੁਸੀਂ ਜਾਣਾ ਨਹੀਂ ਚਾਹੁੰਦੇਗੇ। ਸੋ ਇਹੀ ਚੀਜ਼ ਇੱਕ ਬੱਚੇ ਦੀ ਸਾਡੀ ਮੁੱਢਲੀ ਜ਼ਰੂਰਤ ਇਹੀ ਆ ਕਿ ਸਾਨੂੰ ਘਰ ਦਾ ਉਹ ਜਿਹਾ ਇਨਵਾਇਰਮੈਂਟ ਮਿਲੇ ਜਿੱਥੇ ਸਾਡੇ ਰਿਸ਼ਤਿਆਂ 'ਚ ਤਣਾਅ ਨਾ ਹੋਵੇ, ਜਿੱਥੇ ਸਾਡੇ ਮਾਂ ਬਾਪ ਲਈ ਇਹ ਜਰਨੀ ਇੱਕ ਖੁਸ਼ੀਆਂ ਭਰੀ ਹੋਵੇ। ਸੋ ਮੋਸਟ ਆਫ ਦਾ ਟਾਈਮ ਜਦੋਂ ਰਿਸ਼ਤੇ ਸਾਡੇ ਇੱਕ ਦੂਜੇ ਨਾਲ ਐਵੇਂ ਖਿੜਦੇ ਆ ਅਤੇ ਬੱਚੇ 'ਤੇ ਇੱਕ ਤਣਾਅ ਪੈ ਜਾਂਦਾ ਵਾ। ਬਿਕਾਜ਼ ਅਸੀਂ ਇੱਕ ਐਕਸਟੈਂਡਡ ਫੈਮਲੀਜ਼ 'ਚ ਰਹਿੰਦੇ ਹਾਂ, ਅਸੀਂ ਵੱਧ ਲੋਕਾਂ ਨਾਲ ਰਹਿੰਦੇ ਹਾਂ, ਉਹਨਾਂ ਲੋਕਾਂ ਨਾਲ ਸਾਰਿਆਂ ਨਾਲ ਸਾਡੀ ਬਣੇ ਇਹ ਜ਼ਰੂਰੀ ਨਹੀਂ। ਸੋ ਤਣਾਅ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਵੇਖਿਆ ਹੋਇਆ ਵਾ, ਬਹੁਤ ਮਾਨਸਿਕ ਤਣਾਅ ਇੱਕ ਦੂਜੇ ਦੇ ਵਿੱਚ ਅਸੀਂ ਇਮੋਸ਼ਨਲ ਅਬਿਊਜ਼, ਮਾਨਸਿਕ ਲੜਾਈ ਅਸੀਂ ਬਹੁਤ ਦੇਖੀ ਵੀ ਹੈ, ਸ਼ਾਇਦ ਅਸੀਂ ਸਰੀਰਕ ਲੜਾਈ ਨਾ ਦੇਖੀ ਹੋਵੇ। ਸੋ ਸਭ ਤੋਂ ਪਹਿਲਾਂ ਤਾਂ ਸਾਡਾ ਇਹ ਜ਼ਰੂਰੀ ਹੈ ਕਿ ਜਦੋਂ ਜਿਹੜੇ ਲੋਕ ਪੇਰੈਂਟ ਬਣਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਜਾਂ ਹਜੇ ਬਣੇ ਨਹੀਂ, ਇਹ ਪਹਿਲਾਂ ਸੋਚੋ ਕਿ ਅਸੀਂ ਜਿਹੜਾ ਬੱਚਾ ਆਪਦੇ ਘਰ ਦੇ ਵਿੱਚ ਲੈ ਕੇ ਆਉਣਾ, ਅਸੀਂ ਉਹਨੂੰ ਸਰੀਰਕ ਸੁੱਖ ਨਹੀਂ ਦੇਣਾ, ਅਸੀਂ ਉਹਨੂੰ ਮਾਨਸਿਕ ਸੁੱਖ ਵੀ ਦੇਣਾ। ਐਂਡ ਮਾਨਸਿਕ ਸੁੱਖ ਸਾਡਾ ਬੱਚਾ ਉਦੋਂ ਹੀ ਲਊਗਾ ਜਦੋਂ ਅਸੀਂ ਮਨਾਂ ਤੋਂ ਸੁਖੀ ਹਾਂ। ਜਦੋਂ ਅਸੀਂ ਮਨ ਤੋਂ ਦੁਖੀ ਹੁੰਦੇ ਹਾਂ ਨਾ, ਉਦੋਂ ਅਸੀਂ ਆਪਣੇ ਬੱਚੇ ਨੂੰ ਮਾਨਸਿਕ ਸੁੱਖ ਨਹੀਂ ਦੇ ਸਕਦੇ। ਸੋ ਸਾਡੇ ਘਰ ਦੇ ਵਿੱਚ, ਜਿਸ ਘਰ ਦੇ ਵਿੱਚ ਸਾਡਾ ਬੱਚਾ ਸਾਹ ਲੈ ਰਿਹਾ ਵਾ, ਉਸ ਘਰ ਦਾ ਜਿਹੜਾ ਇਨਵਾਇਰਮੈਂਟ ਆ, ਉੱਥੇ ਸਾਡੇ ਬੱਚੇ ਨੂੰ ਰਿਸ਼ਤਿਆਂ ਦੀ ਖੁਸ਼ਬੂ ਪਤਾ ਲੱਗੇ। ਸੋ ਫੋਰ ਐਗਜ਼ਾਮਪਲ ਤੁਸੀਂ ਦੇਖਿਓ, ਜਦੋਂ ਇੱਕ ਬੱਚਾ ਫਰਸਟ੍ਰੇਟਡ ਆ, ਜਦੋਂ ਇੱਕ ਬੱਚਾ ਡਿਸਅਪੋਇੰਟਡ ਆ, ਤਾਂ ਤੁਹਾਡੇ ਮੂੰਹ ਵੱਲ ਵੇਖਦਾ ਕਿ ਤੁਸੀਂ ਕਿੱਦਾਂ ਦਾ। ਅਤੇ ਜੇ ਇੱਕ ਮਾਂ ਬਾਪ ਦੀ ਵੀ ਮਾਨਸਿਕਤਾ ਇੰਨੇ ਉਹ ਵਧੀਆ ਨਹੀਂ ਅੰਦਰੋਂ, ਅਤੇ ਉਹ ਫਰਸਟ੍ਰੇਸ਼ਨ ਉਹਨਾਂ ਨੂੰ ਵੀ ਫਰਸਟ੍ਰੇਸ਼ਨ ਕਰ ਦੂਗੀ, ਉਹਨਾਂ ਨੂੰ ਵੀ ਡਿਸਅਪੋਇੰਟਡ ਕਰ ਦੂਗੀ। ਹੁਣ ਤੁਹਾਡੇ ਬੱਚੇ ਨੇ ਤੁਹਾਡੇ ਤੋਂ ਸਿੱਖਣਾ ਕਿ ਮਾਨਸਿਕ ਜਿਹੜੀ ਸਟਰੈਸ ਹੈ ਇਹਨੂੰ ਅਸੀਂ ਮੈਨੇਜ ਕਿਵੇਂ ਕਰਦੇ ਹਾਂ। ਸੋ ਫੋਰ ਐਗਜ਼ਾਮਪਲ ਜਦੋਂ ਮੈਨੂੰ ਐਂਗਜ਼ਾਇਟੀ ਹੈ, ਇੱਕ ਬੱਚਾ ਸਾਲ ਦਾ ਜਾਂ ਸਵਾ ਸਾਲ ਦਾ ਵਾ, ਜਦੋਂ ਉਹਨੂੰ ਐਂਗਜ਼ਾਇਟੀ ਆ, ਜਦੋਂ ਉਹਨੂੰ ਫਰਸਟ੍ਰੇਸ਼ਨ ਜਿਹੜੀ ਕਿ ਉਹਦੀ ਜ਼ਿੰਦਗੀ ਦਾ ਹਿੱਸਾ ਹੋਣਾ, ਜਦੋਂ ਕਿ ਉਹਦੇ ਫਰੈਂਡਸ ਨੇ ਉਹਨੂੰ ਛੱਡ ਕੇ ਚਲੇ ਜਾਣਾ ਵਾ, ਜਦੋਂ ਉਹਨੂੰ ਪਲੇਗਰਾਊਂਡ ਤੋਂ ਪਾਸੇ ਕਰੋਗੇ, ਉਹਨੇ ਫਰਸਟ੍ਰੇਸ਼ਨ ਦਿਖਾਉਣੀ ਆ, ਉਹਨੇ ਤੁਹਾਨੂੰ ਉਹ ਬਿਹੇਵੀਅਰ ਦਿਖਾਉਣਾ ਵਾ। ਉਸ ਟਾਈਮ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਸਟੇਬਲ ਰੱਖ ਸਕਦੇ ਹੋ? ਜੇ ਤਾਂ ਤੁਸੀਂ ਵੀ ਆਪਦੀ ਫਰਸਟ੍ਰੇਸ਼ਨ, ਆਪਦੀ ਐਂਗਜ਼ਾਇਟੀ ਨਾਲ ਤੁਹਾਡੇ ਮੂੰਹ ਵੱਲ, ਬੱਚਾ ਤੁਹਾਡੇ ਮੂੰਹ ਵੱਲ ਵੇਖਦਾ ਵਾ ਕਿ ਇਹ ਇਨਸਾਨ, ਜਦੋਂ ਤੁਸੀਂ ਐਂਕਸ਼ੀਅਸ ਹੋ ਜਾਂਦੇ ਅਤੇ ਤੁਸੀਂ ਵੀ ਡਰ ਜਾਂਦੇ ਤਾਂ ਬੱਚਾ ਉਦੋਂ ਹੀ ਜ਼ਿਆਦਾ ਡਰ ਜਾਂਦਾ ਵਾ। ਪਰ ਜਦੋਂ ਸਾਡੀ ਜਿਹੜੀ ਅਡਲਟ ਸਾਨੂੰ ਜ਼ਿੰਮੇਵਾਰੀ ਬੱਚਿਆਂ ਨੂੰ ਪਾਲਣ ਦੀ ਇਸੇ ਕਰਕੇ ਦਿੱਤੀ ਜਾਂਦੀ ਆ ਕਿ ਜਦੋਂ ਸਾਡਾ ਬੱਚੇ ਦਾ ਡਰਿਆ ਹੋਇਆ ਮੂੰਹ ਹੋਵੇ, ਸਾਡਾ ਮੂੰਹ ਸ਼ਾਂਤ ਹੋਵੇ, ਤਾਂ ਜੋ ਜਦੋਂ ਸਾਡਾ ਬੱਚਾ ਸਾਡੇ ਵੱਲ ਵੇਖੇ ਉਹ ਸ਼ਾਂਤੀ ਆਪਦੇ ਅੰਦਰ ਮਹਿਸੂਸ ਕਰੇ। ਤੁਸੀਂ ਦੇਖ ਲਓ ਵੀ ਕਈ ਵਾਰ ਤੁਸੀਂ ਡਰਦੇ ਹੋ ਨਾ, ਅਤੇ ਬੱਚਾ ਤੁਹਾਡੇ ਮੂੰਹ ਵੱਲ ਵੇਖ ਕੇ ਡਰ ਕੇ ਰੋਣ ਲੱਗ ਜਾਂਦਾ। ਛੋਟੇ ਤੋਂ ਛੋਟੇ ਬੱਚੇ ਵੀ, 3 ਜਾਂ 4 ਮਹੀਨਿਆਂ ਦੇ ਬੱਚੇ ਵੀ ਤੁਹਾਡੇ ਭਾਵਨਾਵਾਂ ਤੁਹਾਡੀਆਂ ਪਿਕ ਕਰਦੇ ਫੇਸ ਦੀਆਂ। ਜੇ ਤੁਹਾਡਾ ਮੂੰਹ ਡਰਿਆ ਹੋਇਆ ਅਤੇ ਬੱਚਾ ਸਡਨਲੀ ਡਰ ਜਾਂਦਾ, ਜੇ ਤੁਸੀਂ ਖੁਸ਼ ਆ ਅਤੇ ਬੱਚਾ ਸਡਨਲੀ ਖੁਸ਼ ਹੋ ਜਾਂਦਾ ਵਾ। ਸੋ ਇਹ ਬੜਾ ਜ਼ਰੂਰੀ ਆ ਕਿ ਸਾਡਾ ਇਨਵਾਇਰਮੈਂਟ, ਅਸੀਂ ਮਾਨਸਿਕਤਾ, ਆਪਦੇ ਬੱਚੇ ਦੀ ਮਾਨਸਿਕਤਾ ਦੀ ਰੋਟੀ ਖਵਾ ਰਹੇ ਹਾਂ ਬੱਚੇ ਨੂੰ, ਅਸੀਂ ਸਰੀਰਕ ਰੋਟੀ ਤਾਂ ਖਵਾ ਰਹੇ ਹਾਂ, ਸਰੀਰਕ ਅਸੀਂ ਸਾਰੀਆਂ ਚੀਜ਼ਾਂ ਪੂਰੀਆਂ ਕਰ ਰਹੇ ਹਾਂ, ਮੇਕ ਸ਼ੋਰ ਕਰਦੇ ਹਾਂ ਕਿ ਜਦੋਂ ਬੱਚਾ ਹਸਪੀਟਲ ਤੋਂ ਘਰੇ ਆਉਂਦਾ, ਵੱਧ ਤੋਂ ਵੱਧ ਉਹਦਾ ਕ੍ਰਿਬ ਹੋਵੇ, ਵਧੀਆ ਤੋਂ ਵਧੀਆ ਉਹਦਾ ਕ੍ਰਿਬ ਡੈਕੋਰੇਟ ਕੀਤਾ ਹੋਵੇ, ਐਂਡ ਉਹਦਾ ਘਰ ਡੈਕੋਰੇਟ ਕੀਤਾ ਹੋਵੇ। ਪਰ ਕੀ ਅਸੀਂ ਮਨ ਵੀ ਡੈਕੋਰੇਟ ਕਰੀਏ, ਕਿ ਅਸੀਂ ਮਾਨਸਿਕਤਾ 'ਚ ਵੀ ਉਹਨੂੰ ਆਪਦੇ ਘਰ ਦੀ ਚੋਚ 'ਚ ਲਿਆਈਏ, ਕਿ ਜਿੱਥੇ ਸਾਡੇ ਰਿਸ਼ਤਿਆਂ ਦੇ ਵਿੱਚ, ਸਾਡੇ ਘਰ ਦੇ ਵਿੱਚ ਉਹਨੂੰ ਸੇਫਟੀ ਮਹਿਸੂਸ ਹੋਵੇ, ਮਾਨਸਿਕ ਸੇਫਟੀ। ਐਂਡ ਮਾਨਸਿਕ ਸੇਫਟੀ ਉਦੋਂ ਸਾਨੂੰ ਮਹਿਸੂਸ ਹੁੰਦੀ ਆ ਜਦੋਂ ਜਿਹੜੇ ਘਰ ਦੇ ਲੋਕ ਆ ਖੁਸ਼ ਰਹਿਣ, ਉਹਨਾਂ ਦੀ ਮਾਨਸਿਕਤਾ ਤਣਾਅ ਦੇ ਵਿੱਚ ਨਾ ਹੋਵੇ। ਸੋ ਆਪਣੇ ਆਪ ਐਂਡ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਹੋਰ ਵੀ ਗੱਲ ਕਰਾਂਗੇ ਕਿ ਅਸੀਂ ਆਪਣੇ ਬੱਚੇ ਨੂੰ ਸੈਲਫ ਰੈਗੂਲੇਸ਼ਨ, ਭਾਵਨਾਵਾਂ ਦੀ ਰੈਗੂਲੇਸ਼ਨ ਕਿਵੇਂ ਸਿਖਾ ਸਕਦੇ ਹਾਂ। ਬਿਕਾਜ਼ ਇੱਕ ਡਰਿਆ ਹੋਇਆ ਬੱਚਾ ਤੁਹਾਡੇ ਮੂੰਹ ਵੱਲ ਵੇਖਦਾ ਕਿ ਤੁਸੀਂ ਡਰ ਨੂੰ ਕਿਵੇਂ ਮੈਨੇਜ ਕਰਦੇ ਹੋ, ਇੱਕ ਫਰਸਟ੍ਰੇਟਡ ਬੱਚਾ ਤੁਹਾਡੇ ਮੂੰਹ ਵੱਲ ਵੇਖਦਾ ਵੀ ਤੁਸੀਂ ਫਰਸਟ੍ਰੇਸ਼ਨ ਨੂੰ ਕਿਵੇਂ ਮੈਨੇਜ ਕਰਦੇ ਹੋ, ਇੱਕ
एंगजाइटी वाला बच्चा ਤੁਹਾਡੇ ਮੂੰਹ ਵੱਲ ਵੇਖ ਲਾ ਵੀ ਤੁਸੀਂ ਐਂਗਜ਼ਾਈਟੀ ਨਾਲ ਕਿਵੇਂ ਡੀਲ ਕਰਦੇ ਹੋ ਐਂਡ ਇਹ ਛੋਟੇ ਤੋਂ ਛੋਟਾ ਬੱਚਾ ਸੋ ਭਾਵੇਂ 1 ਮਹੀਨੇ ਦਾ ਵਾ ਭਾਵੇਂ 4 ਸਾਲ ਦਾ ਭਾਵੇਂ 2 ਸਾਲ ਦਾ ਉਹੀ ਜੇ ਘਰ ਦੇ ਇਨਵਾਇਰਮੈਂਟ 'ਚ ਉਹਨੂੰ ਨਹੀਂ ਪਤਾ ਕਿ ਤੁਸੀਂ $100 ਦਾ ਉਹਨੂੰ ਟੋਏ ਲੈਤਾ ਜਾਂ ਉਹਨੂੰ $5 ਦਾ ਟੋਏ ਉਹ ਇੰਟਰਸਟਿਡ ਨਹੀਂ ਹੈਗਾ ਉਹ ਤਾਂ ਇੰਟਰਸਟਿਡ ਹੈ ਕਿ ਜਿਹੜੇ ਲੋਕ ਉਹਦੇ ਆਲੇ ਦੁਆਲੇ ਆ ਉਹਨਾਂ ਦੀ ਆਪਸ 'ਚ ਪਿਆਰ ਹੈ ਉਹਨਾਂ ਦੀ ਆਪਸ 'ਚ ਬਣਦੀ ਆ ਉਹ ਚੰਗਾ ਟਰੀਟ ਕਰਦੇ ਇੱਕ ਦੂਜੇ ਨੂੰ ਸੋ ਪਲੀਜ਼ ਇਹ ਇੱਕ ਬੜਾ ਵੱਡਾ ਆਪਾਂ ਨੂੰ ਦਿੱਤੀ ਨਹੀਂ ਗਈ ਐਂਡ ਜਿਹੜੇ ਲੋਕਾਂ ਆਪਣਾ ਬਚਪਨ ਜਿਵੇਂ ਇੰਡੀਆ ਦੇ ਵਿੱਚ ਜਿਹੜੀ ਜਨਰੇਸ਼ਨ ਦਾ ਉਦੋਂ ਮਾਨਸਿਕ ਦੀ ਪਤਾ ਹੀ ਨਹੀਂ ਸੀਗਾ ਸਾਡੇ ਮਾਂ-ਬਾਪ ਨੇ ਸਾਡੇ ਲਈ ਕੰਮ ਬਹੁਤ ਕੀਤਾ ਸਾਡੇ ਮਾਂ-ਬਾਪ ਨੇ ਸਾਨੂੰ ਪੈਸਾ ਬਹੁਤ ਪ੍ਰੋਵਾਈਡ ਕੀਤਾ ਪਰ ਜਿਹੜੀ ਮਾਨਸਿਕ ਸ਼ਾਂਤੀ ਸੀਗੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿਉਂਕਿ ਉਹਨਾਂ ਕੋਲ ਆਪਦੇ ਕੋਲ ਵੀ ਨਹੀਂ ਸੀ ਉਹ ਸਾਨੂੰ ਦੇ ਨਹੀਂ ਸੀ ਸਕਦੇਗੇ ਸੋ ਇੱਕ ਪ੍ਰਣ ਲਈਏ ਕਿ ਜਿੱਥੇ ਅਸੀਂ ਆਪਣੇ ਘਰਾਂ ਨੂੰ ਡੈਕੋਰੇਟ ਕਰਦੇ ਨਵਾਂ ਬੱਚਾ ਲਿਆਉਣ ਵਾਸਤੇ ਘਰ ਦੇ ਵਿੱਚ ਉਵੇਂ ਅਸੀਂ ਆਪਦੀ ਮਾਨਸਿਕਤਾ ਨੂੰ ਵੀ ਡੈਕੋਰੇਟ ਕਰੀਏ ਐਂਡ ਮੋਸਟ ਆਫ ਦਾ ਟਾਈਮ ਜਦੋਂ ਇੱਕ ਪੇਰੈਂਟ ਬੱਚਾ ਲੈ ਕੇ ਆਉਂਦੇ ਵੀ ਇਹਨੂੰ ਪ੍ਰੋਬਲਮ ਆ ਮੈਂ ਹਮੇਸ਼ਾ ਪੇਰੈਂਟ ਨੂੰ ਸਲਾਹ ਦਿੰਦੀ ਹੁੰਦੀ ਕਿ ਤੁਸੀਂ ਵੀ ਆਪਦੀ ਮਾਨਸਿਕਤਾ ਵਾਸਤੇ ਕਾਉਂਸਲਿੰਗ ਕਿਉਂਕਿ ਤੁਸੀਂ ਸਭ ਤੋਂ ਵੱਡੇ ਕਾਉਂਸਲਰ ਹੋ ਆਪਦੇ ਬੱਚੇ ਵਾਸਤੇ ਤੁਸੀਂ ਸਭ ਤੋਂ ਵੱਡੇ ਇੰਪੈਕਟ ਹੋ ਕਿਉਂਕਿ ਦੇਖੋ ਤੁਸੀਂ ਸਭ ਤੋਂ ਵੱਡਾ ਇੰਪੈਕਟ ਆਪਣੇ ਬੱਚੇ 'ਤੇ ਪਾ ਸਕਦੇ ਹੋ ਕਾਉਂਸਲਰ ਨਾਲੋਂ ਵੀ ਵੱਧ ਇੰਪੈਕਟ ਤੁਸੀਂ ਪਾ ਸਕਦੇ ਹੋ ਕਿਉਂਕਿ ਐਂਡ ਇਹ ਮੰਨਿਆ ਗਿਆ ਜਿਹੜੇ ਲੋਕਾਂ ਨੇ ਜ਼ਹਿਰੀਲਾ ਤਣਾਅ ਦੇਖਿਆ ਨਾ ਉਹਨਾਂ ਨੂੰ ਹਾਰਟ ਦੀਆਂ ਬਿਮਾਰੀਆਂ ਬਹੁਤ ਹੋਣਗੀਆਂ ਉਹਨਾਂ ਦੀ ਜਿਹੜੀ ਉਮਰ ਵੀ ਉਹਨਾਂ ਦੀ ਅਰਲੀ ਪ੍ਰੀ ਮੈਚੋਰ ਉਹਨਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਦੀ ਉਮਰ ਵੀ ਇੰਨੀ ਲੰਬੀ ਨਹੀਂ ਹੋਣੀ ਜਿਹੜੇ ਬੱਚੇ ਜ਼ਹਿਰੀਲੇ ਤਣਾਅ ਦੇ ਵਿੱਚ ਜ਼ਹਿਰੀਲਾ ਤਣਾਅ ਉਹਨਾਂ ਦੇ ਘਰ ਦੇ ਵਿੱਚ ਜ਼ਹਿਰੀਲਾ ਤਣਾਅ ਹੁੰਦਾ ਵਾ ਸੋ ਪਲੀਜ਼ ਇਸ ਬਾਰੇ ਸੋਚਿਓ ਐਂਡ ਕੋਈ ਵੀ ਤੁਹਾਡੇ ਕਮੈਂਟਸ ਹੋਣ ਤੁਸੀਂ ਸਾਨੂੰ ਕਮੈਂਟਸ ਕਰਕੇ ਮੈਸੇਜ ਕਰਕੇ ਜਾਂ ਕਮੈਂਟਸ ਕਰਕੇ ਥੱਲੇ ਕਮੈਂਟ ਸੈਕਸ਼ਨ 'ਚ ਲਿਖ ਰਹੇ ਹੋ ਸਾਡੇ ਬੱਚਿਆਂ ਦੀ ਮਾਨਸਿਕ ਲੋੜਾਂ ਵੀ ਉਨੀਆਂ ਹੀ ਜਿੰਨੇ ਉਹਨਾਂ ਦੀ ਸਰੀਰਕ ਲੋੜਾਂ ਐਂਡ ਮਾਨਸਿਕ ਲੋੜਾਂ ਘਰ ਦੇ ਵਿੱਚ ਇਨਵਾਇਰਮੈਂਟ ਕਿਵੇਂ ਆ ਯਾਨੀ ਤੁਸੀਂ ਆਪਦੇ ਘਰ ਦੇ ਇਨਵਾਇਰਮੈਂਟ ਤੋਂ ਖੁਦ ਤੋਂ ਪੁੱਛ ਸਕਦੇ ਹੋ ਮੇਰਾ ਘਰ ਆਉਣ ਨੂੰ ਜੀ ਕਰਦਾ ਵਾ ਮੇਰਾ ਇਸ ਘਰ ਦੇ ਵਿੱਚ ਰਹਿਣ ਨੂੰ ਜੀ ਕਰਦਾ ਵਾ ਕਿਉਂਕਿ ਤੁਹਾਡੇ ਬੱਚੇ ਦਾ ਆਨਸਰ ਕੋਈ ਡਿਫਰੈਂਟ ਨਹੀਂ ਹੋਣਾਗਾ ਸੋ ਥੈਂਕ ਯੂ ਸੋ ਮਚ ਕੱਲ੍ਹ ਨੂੰ ਮਿਲਦੇ ਹਾਂ ਐਂਡ ਜੀ ਹਾਂ ਸਾਡੀਆਂ ਪਿਛਲੀਆਂ ਵੀਡੀਓਜ਼ ਅਸੀਂ ਅੱਜ 3 ਹਫ਼ਤੇ ਹੋ ਗਏ ਇਹਨਾਂ ਨੂੰ ਲਾਈਵ ਸੈਸ਼ਨਸ ਨੂੰ ਕਰਦੇ ਹੋਏ ਸੋ ਸਾਡੀਆਂ ਜਿਹੜੀਆਂ ਪਿਛਲੀਆਂ ਵੀਡੀਓਜ਼ ਆ ਪਿਛਲੇ ਲਾਈਵ ਸੈਸ਼ਨਸ ਦੀਆਂ ਉਹ ਰਿਕਾਰਡਡ ਸਾਡੀ ਵੈਬਸਾਈਟ 'ਤੇ ਵੀ ਸਾਡੇ ਫੇਸਬੁੱਕ 'ਤੇ ਵੀ ਸਾਡੀ ਯੂਟਿਊਬ 'ਤੇ ਵੀ ਪਈਆਂ ਸੋ ਤੁਸੀਂ ਐਨੀ ਟਾਈਮ ਉਹਨਾਂ ਨੂੰ ਦੇਖ ਸਕਦੇ ਹੋ ਬਾਕੀ ਮੈਂ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ ਸਾਡਾ ਮਕਸਦ ਇਹਨਾਂ ਕ੍ਰਾਈਸਿਸ ਸਿਚੁਏਸ਼ਨ ਦੇ ਰਾਹੀਂ ਆ ਕਿ ਅਸੀਂ ਆਪਣੇ ਬੱਚੇ ਨੂੰ ਇੱਕ ਸਰੀਰਕ ਅਸੀਂ ਆਪਣੇ ਸਰੀਰਾਂ ਦੀ ਨਹੀਂ ਇਕੱਲਿਆਂ ਦੀ ਧਿਆਨ ਰੱਖਣਾ ਅਸੀਂ ਆਪਣੀ ਮਾਨਸਿਕ ਦੀ ਵੀ ਧਿਆਨ ਰੱਖਣਾ ਵਾ ਸੋ ਪਲੀਜ਼ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਮਦਦ ਹੋ ਸਕੇ ਥੈਂਕ ਯੂ ਐਵਰੀਵਨ